ਮਨਦੀਪ ਰਿੰਪੀ ਦੇ ਨਾਵਲ ਜ਼ਿੰਦਗੀ ਪਰਤਾਈ ਦੀ ਅਗਲੀ ਤੇ ਆਖਰੀ ਘੜੀ। ਜਦੋਂ ਆਰਤੀ ਮੈਡਮ ਨੇ ਗੁਰਸੀਰਤ ਦੇ ਘਰ ਪਹੁੰਚ ਕੇ ਮੇਰੇ ਰਿਸ਼ਤੇ ਦੀ ਗੱਲ ਤੋਰੀ ਤਾਂ ਗੁਰਸੀਰਤ ਇੱਕਦਮ ਚੌਂਕ ਪਿਆ। ਉਹਦੇ ਚਿਹਰੇ ਤੇ ਹੈਰਾਨੀ ਤੇ ਪਰਛਾਵੇਂ ਦੌੜਨ ਲੱਗੇ ਤੇ ਅੱਖਾਂ ਵਿੱਚ ਅਨੇਕਾਂ ਰੰਗ ਉਤਰ ਆਏ। ਥੋੜ੍ਹੀ ਦੇਰ ਲਈ ਤਾਂ ਉਹ ਖਾਮੋਸ਼ ਹੋਇਆ, ਕਿਸੇ ਬੁੱਤ ਵਾਂਗੂ ਖੜਾ ਰਿਹਾ। ਆਰਤੀ ਮੈਡਮ ਤਾਂ ਸਾਰੀ ਰਾਹ ਇਹੋ ਸੋਚਦੇ ਆ ਰਹੇ ਸਨ ਕਿ ਗੁਰਸੀਰਤ ਮੇਰੀ ਹਾਂ ਸੁਣ ਕੇ ਭੱਜਿਆ ਫਿਰੂ, ਚਾਹ ਵਿੱਚ ਮੈਨੂੰ ਸ਼ੁਕਰੀਆ ਕਰਦੇ ਦੀ ਜੀਭ ਨਹੀਂ ਥੱਕਣੀ। ਇਸੇ ਲਈ ਤਾਂ ਉਹਨਾਂ ਗੁਰਸੀਰਤ ਨੂੰ ਫੋਨ ਤੇ ਨਹੀਂ ਸੀ ਦੱਸਿਆ, ਕਿਉਂਕਿ ਉਹ ਖੁਦ ਗੁਰਸੀਰਤ ਦੇ ਚਿਹਰੇ ਤੇ ਅਚਾਨਕ ਉਡਾਰੀਆਂ ਭਰਦੀਆਂ ਖੁਸ਼ੀਆਂ ਨੂੰ ਵੇਖਣਾ ਚਾਹੁੰਦੇ ਸਨ। ਪਰ ਉਹਦੇ ਚਿਹਰੇ ਤੇ ਅਚਾਨਕ ਉਗੜੇ ਭਾਵਾਂ ਨੂੰ ਵੇਖ ਆਰਤੀ ਮੈਡਮ ਦਾ ਦਿਲ ਡਰ ਗਿਆ। ਇਹ ਕੀ? ਗੁਰਸੀਰਤ ਤਾਂ ਖੁਸ਼ ਹੋਣ ਦੀ ਥਾਂ ਕਿਸੇ ਡੂੰਘੇ ਸੋਗ ਵਿੱਚ ਡੁੱਬ ਗਿਆ। ਜਦੋਂ ਆਰਤੀ ਮੈਡਮ ਨੇ ਉਹਨੂੰ ਹਲੂਣਿਆ ਤਾਂ ਜਾ ਕੇ ਉਹਦੀ ਸੁਰਤ ਪਰਤੀ ਤੇ ਉਹਨੇ ਤੋੜ ਕੇ ਜਵਾਬ ਦਿੱਤਾ ਕਿ ਮੈਂ ਤਾਂ ਵਿਆਹ ਬਾਰੇ ਕਦੇ ਸੋਚਿਆ ਹੀ ਨਹੀਂ। ਉਹ ਆਰਤੀ ਮੈਡਮ ਵੱਲ ਪਿੱਠ ਕਰਕੇ ਖੜਾ ਹੋ ਗਿਆ। ਸ਼ਾਇਦ ਉਹਦੀਆਂ ਅੱਖਾਂ ਆਰਤੀ ਮੈਡਮ ਦੀਆਂ ਅੱਖਾਂ ਦਾ ਸਾਹਮਣਾ ਕਰਨ ਤੋਂ ਡਰਦੀਆਂ ਸਨ। ਗੁਰਸੀਰਤ ਦੀ ਗੱਲ ਸੁਣ ਹੁਣ ਆਰਤੀ ਮੈਡਮ ਦੇ ਕੰਨ ਸੁੰਨ ਹੋ ਗਏ। ਥੋੜ੍ਹੀ ਦੇਰ ਪਹਿਲਾਂ ਜਿਹੜੀ ਚੁੱਪੀ ਨੇ ਗੁਰਸੀਰਤ ਨੂੰ ਘੇਰਿਆ ਸੀ, ਹੁਣ ਉਸੇ ਚੁੱਪੀ ਨੇ ਆਰਤੀ ਮੈਡਮ ਨੂੰ ਵੀ ਬਗਲ ਲਿਆ। ਉਹਨਾਂ ਨੂੰ ਕੁਝ ਨਹੀਂ ਸੀ ਸੁੱਝ ਰਿਹਾ ਕਿ ਕੀ ਹੋ ਰਿਹਾ। ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ ਉਹ ਗੁੱਸੇ ਵਿੱਚ ਪੱਕੇ ਹੋਏ ਕਹਿਣ ਲੱਗੇ ਕਿ ਜੇਕਰ ਤੂੰ ਵਿਆਹ ਬਾਰੇ ਕਦੇ ਸੋਚਿਆ ਹੀ ਨਹੀਂ ਤਾਂ ਫੇਰ ਮੁਸਕਾਨ ਨਾਲ ਫੋਨ ਤੇ ਕੀਤੇ ਮੈਸੇਜਾਂ ਦੇ ਕੀ ਅਰਥ? ਜਦੋਂ ਉਹ ਤੈਨੂੰ ਬਲਾਕ ਕਰਦੀ ਸੀ, ਰੋਣ ਹਾਕਾ ਹੋ ਮੇਰੇ ਕੋਲ ਮਿੰਨਤਾਂ ਤਰਲੇ ਕਿਉਂ ਕੱਢਦਾ ਸੀ? ਗੁਰਸੀਰਤ ਦਾ ਕਹਿਣਾ ਸੀ ਕਿ ਮੈਂ ਦੋਸਤੀ ਦਾ ਰਿਸ਼ਤਾ ਚਾਹਿਆ, ਵਿਆਹ ਦਾ ਕਦੇ ਵੀ ਨਹੀਂ। ਮੈਂ ਤਾਂ ਕਦੇ ਕਿਸੇ ਨਾਲ ਵੀ ਵਿਆਹ ਕਰਵਾਉਣ ਬਾਰੇ ਨਹੀਂ ਸੀ ਸੋਚਿਆ। ਤੁਸੀਂ ਮੁਸਕਾਨ ਨੂੰ ਪੁੱਛ ਕੇ ਵੇਖ ਲਓ, ਮੈਂ ਕਦੇ ਵੀ ਉਸ ਨੂੰ ਵਿਆਹ ਲਈ ਨਹੀਂ ਕਿਹਾ। ਹਮੇਸ਼ਾ ਸਾਡੀ ਗੱਲ ਦੋਸਤੀ ਤੱਕ ਹੀ ਸੀਮਤ ਰਹੀ ਹੈ। ਵਿਆਹ ਦੀ ਗੱਲ ਤਾਂ ਤੁਸੀਂ ਛੇੜੀ ਹੈ। ਆਪਣੀ ਬਾਹ ਨਾਲ ਚੱਲਦੀ ਵੇਖ ਆਰਤੀ ਮੈਡਮ ਥੋੜ੍ਹਾ ਹਲੀਮੀ ਨਾਲ ਉਹਨੂੰ ਸਮਝਾਉਣ ਦੇ ਲਹਿਜੇ ਵਿੱਚ ਉਹਦੇ ਚਿਹਰੇ 'ਤੇ ਨਿਗਾਹ ਟਿਕਾ ਕੇ ਆਖਣ ਲੱਗੇ, ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ ਨਾ, ਉਸ ਸਮਾਜ ਵਿੱਚ ਇੱਕ ਮਰਦ ਤੇ ਇਸਤਰੀ ਦੀ ਦੋਸਤੀ ਨੂੰ ਲੋਕੀ ਕਿਸ ਨਜ਼ਰੀਏ ਨਾਲ ਵੇਖਦੇ ਨੇ, ਇਹ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ। ਇਸ ਤੋਂ ਨਾ ਤੁਸੀਂ ਇਨਕਾਰ ਕਰ ਸਕਦੇ ਹੋ ਤੇ ਨਾ ਮੈਂ। ਤੂੰ ਮੈਨੂੰ ਕਾਰਨ ਦੱਸ, ਵਿਆਹ ਕਿਉਂ ਨਹੀਂ ਕਰਵਾ ਸਕਦਾ? ਤੂੰ ਕਿਉਂ ਡਰਦਾ ਆਪਣੇ ਹਿੱਸੇ ਦੀਆਂ ਖੁਸ਼ੀਆਂ ਕੋਲੋਂ ਜਿਹੜੀਆਂ ਤੈਨੂੰ ਲੱਭਦੀਆਂ ਫਿਰਦੀਆਂ? ਜੇਕਰ ਹੁਣ ਇੱਕ ਵਾਰ ਇਹ ਤਾਂ ਇੱਥੋਂ ਰੁੱਸ ਗਈਆਂ, ਮੁੜ ਕਦੇ ਨਾ ਪਰਤਣਗੀਆਂ। ਨਾਲੇ ਤੂੰ ਇਹ ਕਿਵੇਂ ਭੁੱਲ ਗਿਆ ਕਿ ਹੁਣ ਤੇਰੀਆਂ ਖੁਸ਼ੀਆਂ ਨਾਲ ਮੁਸਕਾਨ ਦੀਆਂ ਖੁਸ਼ੀਆਂ ਵੀ ਜੁੜੀਆਂ ਹੋਈਆਂ ਨੇ? ਤੂੰ ਆਪਣੀਆਂ ਹੀ ਨਹੀਂ, ਉਸ ਮਾਸੂਮ ਦੀਆਂ ਖੁਸ਼ੀਆਂ ਨੂੰ ਵੀ ਲਾਂਬੂ ਲਾਉਣ ਤੇ ਤੁਲਿਆ ਹੋਇਆ ਹੈ, ਜਿਸ ਵਿਚਾਰੀ ਨੇ ਸਾਲਾਂ ਤੋਂ ਢੋਇਆ ਹੋਇਆ ਆਪਣੇ ਮਨ ਦਾ ਬੂਹਾ ਮਸਾਂ ਮਸਾਂ ਉਹਦੀਆਂ ਖੁਸ਼ੀਆਂ ਲਈ ਖੋਲ੍ਹਿਆ। ਗੁਰਸੀਰਤ ਦੀਆਂ ਨਜ਼ਰਾਂ ਝੁਕੀਆਂ ਹੋਈਆਂ ਸਨ ਤੇ ਉਸਦੇ ਮੂੰਹੋਂ ਇੱਕ ਵੀ ਸ਼ਬਦ ਨਾ ਨਿਕਲਿਆ। ਆਰਤੀ ਮੈਡਮ ਗੁੱਸੇ ਭਰੀਆਂ ਅੱਖਾਂ ਨਾਲ ਉਸ ਨੂੰ ਘੂਰਦੇ ਰਹੇ। ਉਧਰ ਤਰਨ ਸਮੇਤ ਘਰ ਦੇ ਸਾਰੇ ਜੀਆਂ ਨੂੰ ਆਰਤੀ ਮੈਡਮ ਦੇ ਫੋਨ ਦੀ ਉਡੀਕ ਸੀ। ਘੜੀ ਦੀ ਸੂਈ ਇੱਕ ਤੋਂ ਵੀ ਟੱਪ ਗਈ। ਤਰਨ ਆਰਤੀ ਮੈਡਮ ਨੂੰ ਫੋਨ ਕਰ ਥੱਕ ਗਈ, ਪਰ ਆਰਤੀ ਮੈਡਮ ਦਾ ਫੋਨ ਚੁੱਕਣ ਦਾ ਹੀ ਨਹੀਂ ਸੀ ਪੈ ਰਿਹਾ। ਸਭ ਦੇ ਚਿਹਰਿਆਂ 'ਤੇ ਘਬਰਾਹਟ ਦੇ ਚਿੰਨ੍ਹ ਵੇਖ ਮੇਰੀ ਰੂਹ ਨੂੰ ਉਗੜੀਆਂ ਦੁਗੜੀਆਂ ਸੋਚਾਂ ਦੀਆਂ ਕਿਰਚਾਂ ਲਹੂ ਲੁਹਾਨ ਕਰ ਰਹੀਆਂ ਸਨ। ਉਧਰ ਗੁਰਸੀਰਤ ਦਾ ਇਨਕਾਰ ਸੁਣ ਆਰਤੀ ਮੈਡਮ ਦੇ ਚਿਹਰੇ 'ਤੇ ਉਦਾਸੀ ਪਸਰੀ ਹੋਈ ਸੀ। ਉਹ ਸੋਚਾਂ ਵਿੱਚ ਪੈ ਗਏ ਕਿ ਹੁਣ ਮੁਸਕਾਨ ਨੂੰ ਕੀ ਕਹਾਂ। ਆਰਤੀ ਮੈਡਮ ਦੇ ਮਨ ਵਿੱਚ ਬਹੁਤ ਉਥਲ ਪੁਥਲ ਹੋ ਰਹੀ ਸੀ। ਉਹ ਗੁਰਸੀਰਤ ਲਈ ਨਫ਼ਰਤ ਨਾਲ ਭਰ ਗਏ। ਫਿਰ ਉਹਨਾਂ ਇੱਕ ਮਾਂ ਵਾਂਗੂ ਗੁਰਸੀਰਤ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਅਸਫਲਤਾ ਹੀ ਹੱਥ ਲੱਗੀ। ਉਹ ਗੁਰਸੀਰਤ ਦੇ ਮੂੰਹੋਂ ਇਨਕਾਰ ਦਾ ਕਾਰਨ ਲੱਭਣਾ ਚਾਹੁੰਦੇ ਸਨ, ਪਰ ਗੁਰਸੀਰਤ ਅੱਖਾਂ ਨੀਵੀਆਂ ਕਰ ਖੜਾ ਰਿਹਾ। ਉਂਝ ਇੰਝ ਖੜਾ ਸੀ ਜਿਵੇਂ ਆਰਤੀ ਮੈਡਮ ਕਿਸੇ ਹੋਰ ਨਾਲ ਗੱਲਾਂ ਕਰ ਰਹੇ ਹੋਣ। ਉਸ 'ਤੇ ਆਰਤੀ ਮੈਡਮ ਦੇ ਗੁੱਸੇ, ਫਟਕਾਰ ਜਾਂ ਪਿਆਰ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਆਰਤੀ ਮੈਡਮ ਥੱਕ ਹਾਰ ਕੇ ਨਮੋਸ਼ੀ ਦੀ ਹਾਲਤ ਵਿੱਚ ਮੇਰੇ ਘਰ ਵੱਲ ਤੁਰ ਪਏ। ਜਿਹੜੇ ਚਾਵਾਂ ਨਾਲ ਆਰਤੀ ਮੈਡਮ ਗੁਰਸੀਰਤ ਦੇ ਘਰ ਗਏ ਸਨ, ਉਹੀ ਚਾਹ ਹੁਣ ਉਦਾਸੀ ਤੇ ਨਮੋਸ਼ੀ ਹੇਠਾਂ ਦਰੜੇ ਹੋਏ ਆਰਤੀ ਮੈਡਮ ਦੀ ਰੂਹ ਨੂੰ ਸੂਲਾਂ ਵਾਂਗੂ ਭੁੰਨ ਰਹੇ ਸਨ। ਵਾਪਸ ਪਰਤਦੇ ਸਮੇਂ ਸਾਰੇ ਰਾਹ ਆਰਤੀ ਮੈਡਮ ਇਹੋ ਸੋਚਦੇ ਰਹੇ ਕਿ ਹੁਣ ਉਹ ਮੇਰੀਆਂ ਨਜ਼ਰਾਂ ਦਾ ਸਾਹਮਣਾ ਕਿਵੇਂ ਕਰਨਗੇ। ਉਹ ਸੋਚ ਰਹੇ ਸਨ ਕਿ ਉਹ ਵੀ ਤਾਂ ਹਮੇਸ਼ਾ ਮੇਰੇ ਦਿਲ ਵਿੱਚ ਗੁਰਸੀਰਤ ਲਈ ਪਿਆਰ ਦੇ ਰੰਗ ਭਰਨ ਦੀ ਕੋਸ਼ਿਸ਼ ਕਰਦੇ ਰਹੇ, ਇੱਕ ਮਾਂ ਵਾਂਗੂ। ਪਰ ਉਹਨਾਂ ਨੂੰ ਕੀ ਪਤਾ ਸੀ, ਜਿਸ ਨੂੰ ਉਹ ਪਿਆਰ ਦਾ ਰੰਗ ਸਮਝ ਰਹੇ ਨੇ, ਉਹ ਰੰਗ ਮੇਰੀ ਜ਼ਿੰਦਗੀ ਨੂੰ ਹੋਰ ਵੀ ਬੇਰੰਗ ਕਰ ਦੇਵੇਗਾ। ਇਸ ਅਚਾਨਕ ਉਗੜੇ ਅੱਲੇ ਜ਼ਖਮ ਨੇ ਮੇਰੇ ਪੁਰਾਣੇ ਜ਼ਖਮਾਂ ਨੂੰ ਵੀ ਉਧੇੜ ਦਿੱਤਾ, ਜਿਨ੍ਹਾਂ ਵਿੱਚੋਂ ਲਹੂ ਨਹੀਂ ਲਾਵਾ ਸਿਮਰਿਆ ਸੀ ਤੇ ਇੰਜ ਲੱਗ ਰਿਹਾ ਸੀ ਮੈਂ ਇਸ ਲਾਵੇ ਵਿੱਚ ਸੜ ਕੇ ਸੁਆਹ ਹੋ ਜਾਵਾਂਗੀ।
ਮੈਂ ਆਰਤੀ ਮੈਡਮ ਦੇ ਮੁਰਝਾਏ ਚਿਹਰੇ ਨੂੰ ਵੇਖ ਸਭ ਕੁਝ ਸਮਝ ਗਈ ਸਾਂ। ਹੁਣ ਕੁਝ ਵੀ ਦੱਸਣ ਤੇ ਪੁੱਛਣ ਦੀ ਗੁੰਜਾਇਸ਼ ਨਹੀਂ ਸੀ ਬਚੀ। ਮੈਂ ਕੁਝ ਨਹੀਂ ਸੀ ਪੁੱਛਣਾ ਚਾਹੁੰਦੀ ਤੇ ਆਰਤੀ ਮੈਡਮ ਦਾ ਵੀ ਮਨ ਨਹੀਂ ਸੀ ਕੁਝ ਵੀ ਦੱਸਣ ਦਾ। ਆਰਤੀ ਮੈਡਮ ਕਿਵੇਂ ਦੱਸਦੇ ਮੈਨੂੰ ਕਿ ਗੁਰਸੀਰਤ ਨੂੰ ਸਭ ਦੀਆਂ ਅੱਖਾਂ ਤੋਂ ਓਹਲੇ ਮੇਰਾ ਸਾਥ ਪਸੰਦ ਹੈ, ਪਰ ਸਭ ਦੇ ਸਾਹਮਣੇ ਮੈਨੂੰ ਸਵੀਕਾਰ ਨਹੀਂ ਕਰਨਾ ਚਾਹੁੰਦਾ। ਆਰਤੀ ਮੈਡਮ ਬਿਨਾਂ ਕੁਝ ਕਹੇ ਸੁਣੇ ਉਦਾਸ ਹੋਏ ਆਪਣੇ ਘਰ ਨੂੰ ਪਰਤ ਗਏ। ਮੈਂ ਸਾਰੀ ਰਾਤ ਨਾ ਸੌਂ ਸਕੀ। ਸਾਰੀ ਰਾਤ ਅੱਖਾਂ 'ਚ ਉਭਰੇ ਹੰਝੂਆਂ ਦੀਆਂ ਬੂੰਦਾਂ ਨਾਲ ਜੱਦੋ ਜ਼ਹਿਦ ਕਰਦੀ ਰਹੀ। ਜਿਉਂ-ਜਿਉਂ ਮੈਂ ਹੰਝੂ ਸਾਫ਼ ਕਰਦੀ ਹੋਰ ਹੰਝੂ ਉੱਭਰ ਆਉਂਦੇ। ਫਿਰ ਮੈਂ ਹੰਝੂ ਸਾਫ਼ ਕਰਨੇ ਬੰਦ ਕਰ ਦਿੱਤੇ ਤੇ ਉਹ ਹੰਝੂ ਅੱਖਾਂ 'ਚੋਂ ਵਹਿ ਕੇ ਸਰਹਾਣੇ ਨੂੰ ਭਿਉਣ ਲੱਗੇ। ਫਿਰ ਅਚਾਨਕ ਮੈਂ ਆਪਣੇ ਚੇਤਿਆਂ ਨੂੰ ਫਰੋਲਣ ਲੱਗੀ ਕਿ ਮੈਂ ਤਾਂ ਕਦੇ ਵੀ ਕਿਸੇ ਦਾ ਮਾੜਾ ਨਹੀਂ ਕੀਤਾ। ਫਿਰ ਮੇਰੇ ਨਾਲ ਹਮੇਸ਼ਾ ਐਦਾਂ ਕਿਉਂ ਹੁੰਦਾ ਹੈ? ਜਦੋਂ ਵੀ ਖੁਸ਼ੀਆਂ ਮੇਰੇ ਮਨ ਦਾ ਬੂਹਾ ਖੜਕਾਉਣ ਲੱਗਦੀਆਂ ਤਾਂ ਮੇਰੀ ਕਿਸਮਤ ਬੇਦਰਦੀ ਨਾਲ ਉਸ ਬੂਹੇ ਨੂੰ ਕਿਉਂ ਭੇੜ ਦਿੰਦੀ? ਅਚਾਨਕ ਮੈਂ ਜਦੋਂ ਬੀਐਡ ਕਰਦੀ ਸਾਂ ਉਹਨਾਂ ਦਿਨਾਂ ਬਾਰੇ ਸੋਚਣ ਲੱਗੀ। ਮੇਰੇ ਨਾਲ ਸਤਨਾਮ ਨਾਂ ਦਾ ਇੱਕ ਲੜਕਾ ਵੀ ਬੀਐਡ ਕਰਦਾ ਸੀ। ਮੇਰੀ ਸਹੇਲੀ ਰਮਨ ਹਮੇਸ਼ਾ ਉਹਦੀਆਂ ਗੱਲਾਂ ਕਰਦੀ ਰਹਿੰਦੀ। ਉਹ ਵੇਖਣ ਨੂੰ ਸੋਹਣਾ ਸੁਨੱਖਾ ਤੇ ਸਾਊ ਸੀ। ਰਮਨ ਦੇ ਮੂੰਹੋਂ ਹਰ ਵੇਲੇ ਸਤਨਾਮ ਦੀਆਂ ਗੱਲਾਂ ਸੁਣ ਕੇ ਮੇਰੇ ਮਨ ਅੰਦਰ ਵੀ ਉਸ ਲਈ ਖਾਸ ਥਾਂ ਬਣਨ ਲੱਗੀ। ਮੇਰੀਆਂ ਨਜ਼ਰਾਂ ਹਰ ਵੇਲੇ ਜਮਾਤ ਵਿੱਚ ਸਤਨਾਮ ਨੂੰ ਲੱਭਦੀਆਂ ਰਹਿੰਦੀਆਂ। ਹੌਲੀ-ਹੌਲੀ ਸਤਨਾਮ ਨੂੰ ਵੀ ਇਹ ਮਹਿਸੂਸ ਹੋਣ ਲੱਗਿਆ ਕਿ ਮੇਰੇ ਮਨ ਵਿੱਚ ਉਸ ਲਈ ਕੋਈ ਖਾਸ ਥਾਂ ਹੈ। ਇੱਕ ਦਿਨ ਉਹਨੇ ਮੈਨੂੰ ਪੁੱਛ ਹੀ ਲਿਆ ਕਿ ਤੇਰੇ ਮਨ ਵਿੱਚ ਮੇਰੇ ਲਈ ਕੀ ਹੈ? ਇਸ ਸਵਾਲ ਨੂੰ ਸੁਣ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਈ। ਮੇਰੀਆਂ ਨਜ਼ਰਾਂ ਝੁਕ ਗਈਆਂ। ਮੇਰੇ ਦਿਲ ਦੀ ਧੜਕਣ ਇੰਨੀ ਤੇਜ਼ ਹੋ ਗਈ ਕਿ ਮੈਨੂੰ ਇੰਝ ਲੱਗਿਆ ਜਿਵੇਂ ਮੇਰਾ ਦਿਲ ਛੜੱਪਾ ਮਾਰ ਮੇਰੀ ਛਾਤੀ 'ਚੋਂ ਬਾਹਰ ਡਿੱਗ ਪਵੇਗਾ। ਮੈਂ ਬਿਨਾਂ ਕੁਝ ਬੋਲਿਆ ਉੱਥੋਂ ਖਿਸਕ ਆਈ। ਮੈਂ ਸਾਰੀ ਰਾਤ ਉਹਦੇ ਸੁਪਨਿਆਂ ਵਿੱਚ ਗੁਆਚੀ ਰਹੀ। ਅਗਲੇ ਦਿਨ ਐਤਵਾਰ ਦੀ ਛੁੱਟੀ ਸੀ। ਰਮਨ ਕੋਈ ਜ਼ਰੂਰੀ ਕਿਤਾਬ ਲੈਣ ਲਈ ਮੇਰੇ ਘਰ ਆ ਗਈ। ਉਹ ਫਿਰ ਸਤਨਾਮ ਦੀਆਂ ਗੱਲਾਂ ਛੇੜ ਬੈਠੀ। ਜਦੋਂ ਉਹ ਸਤਨਾਮ ਦੀਆਂ ਗੱਲਾਂ ਕਰ ਰਹੀ ਸੀ ਉਹਦਾ ਚਿਹਰਾ ਫੁੱਲਾਂ ਵਾਂਗੂ ਖਿੜਿਆ ਪਿਆ ਸੀ ਤੇ ਅੱਖਾਂ ਦੇ ਵਿੱਚ ਖੁਸ਼ੀ ਝਾਤੀਆਂ ਮਾਰਦੀ ਨਜ਼ਰ ਆ ਰਹੀ ਸੀ। ਉਹਦੇ ਚਿਹਰੇ ਦੀ ਲਾਲੀ ਨੂੰ ਵੇਖ ਮੈਨੂੰ ਇੰਝ ਲੱਗਿਆ ਜਿਵੇਂ ਮੈਂ ਆਪਣੀ ਸਹੇਲੀ ਨੂੰ ਧੋਖਾ ਦੇ ਰਹੀ ਹੋਵਾਂ। ਮੈਂ ਸੋਚਾਂ ਵਿੱਚ ਪੈ ਗਈ ਕਿ ਸਤਨਾਮ ਲਈ ਮੇਰੇ ਦਿਲ ਵਿੱਚ ਥਾਂ ਰਮਨ ਕਾਰਨ ਬਣੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਤਾਂ ਮੈਂ ਕਦੇ ਧਿਆਨ ਵੀ ਨਹੀਂ ਸੀ ਦਿੱਤਾ ਕਿ ਸਤਨਾਮ ਨਾਂ ਦਾ ਕੋਈ ਸ਼ਖਸ ਵੀ ਸਾਡੇ ਨਾਲ ਬੀਐਡ ਕਰ ਰਿਹਾ। ਮੈਨੂੰ ਆਪਣੇ ਆਪ 'ਤੇ ਸ਼ਰਮ ਮਹਿਸੂਸ ਹੋਣ ਲੱਗੀ। ਮੈਂ ਸੋਚ ਲਿਆ ਕਿ ਮੈਂ ਰਮਨ ਦੇ ਰਾਹ ਵਿੱਚ ਕਦੇ ਅੜਿੱਕਾ ਨਹੀਂ ਬਣਾਂਗੀ ਤੇ ਮੈਂ ਉਸ ਦਿਨ ਤੋਂ ਬਾਅਦ ਆਪਣੇ ਮਨ ਨੂੰ ਮੁੜ ਕਦੇ ਡੋਲਣ ਨਹੀਂ ਦਿੱਤਾ। ਜਦੋਂ ਥੋੜ੍ਹੇ ਦਿਨਾਂ ਬਾਅਦ ਸਤਨਾਮ ਨੇ ਮੁੜ ਆਪਣਾ ਸਵਾਲ ਮੇਰੇ ਅੱਗੇ ਦੁਹਰਾਇਆ, ਮੈਂ ਆਪਣੇ ਮਨ ਨੂੰ ਜ਼ਖਮੀ ਕਰਦੇ ਹੋਏ ਆਖ ਦਿੱਤਾ ਕਿ ਇਹ ਉਹਦਾ ਭੁਲੇਖਾ ਸੀ। ਭਾਵੇਂ ਸਤਨਾਮ ਨੇ ਮੇਰੀਆਂ ਬਹੁਤ ਮਿੰਨਤਾਂ ਕੀਤੀਆਂ ਸਨ ਕਿ ਮੈਂ ਆਪਣੇ ਆਪ ਨੂੰ ਭੁਲੇਖਿਆਂ ਵਿੱਚ ਪਾ ਰਹੀ ਹਾਂ। ਉਹ ਮੇਰੀਆਂ ਅੱਖਾਂ ਵਿੱਚ ਆਪਣੇ ਲਈ ਪਿਆਰ ਲੱਭਣ ਲੱਗਿਆ ਜਿਹੜਾ ਉਹਨੇ ਪਹਿਲਾਂ ਵੇਖਿਆ ਸੀ, ਪਰ ਮੁੜ ਉਹਨੂੰ ਕਦੇ ਨਜ਼ਰ ਨਾ ਆਇਆ। ਹੁਣ ਮੈਂ ਸੋਚਦੀ ਹਾਂ ਕਿ ਉਹ ਪਿਆਰ ਨਹੀਂ ਸੀ, ਉਹ ਤਾਂ ਅਲੜ ਉਮਰ ਵਿੱਚ ਪੈਦਾ ਹੋਈ ਇੱਕ ਅਜੀਬ ਜਿਹੀ ਖਿੱਚ ਸੀ ਜਿਹੜੀ ਉਸ ਉਮਰ ਦੇ ਮੁੰਡਿਆਂ ਕੁੜੀਆਂ ਵਿੱਚ ਅਕਸਰ ਹੁੰਦੀ ਹੈ। ਮੈਂ ਉਸ ਦਿਨ ਪੱਥਰ ਵਾਂਗੂ ਖੜੀ ਰਹੀ ਤੇ ਕਦੇ ਵੀ ਮੰਨਣ ਲਈ ਤਿਆਰ ਨਾ ਹੋਈ ਕਿ ਮੇਰੇ ਦਿਲ ਵਿੱਚ ਸਤਨਾਮ ਲਈ ਕਦੇ ਪਿਆਰ ਸੀ। ਹੁਣ ਮੈਨੂੰ ਸਤਨਾਮ ਦਾ ਚਿਹਰਾ ਯਾਦ ਆ ਰਿਹਾ ਸੀ ਕਿ ਸ਼ਾਇਦ ਕਿਤੇ ਉਹਦਾ ਹੀ ਸਰਾਪਤਾ ਨਹੀਂ ਲੱਗ ਗਿਆ ਮੇਰੀ ਜ਼ਿੰਦਗੀ ਨੂੰ। ਫਿਰ ਮੇਰੀਆਂ ਸੋਚਾਂ ਮੁੜ ਗੁਰਸੀਰਤ ਵੱਲ ਘੁੰਮੀਆਂ ਕਿ ਮੈਂ ਤਾਂ ਗੁਰਸੀਰਤ ਨੂੰ ਮਨੋਂ ਚਾਹਿਆ ਸੀ, ਪਰ ਗੁਰਸੀਰਤ ਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ? ਉਹਨੇ ਤਾਂ ਮੇਰੀ ਜ਼ਿੰਦਗੀ ਨੂੰ ਮਖੌਲ ਬਣਾ ਕੇ ਰੱਖ ਦਿੱਤਾ, ਮੇਰੀਆਂ ਸਧਰਾਂ ਨੂੰ ਲੀਰੋ ਲੀਰ ਕਰ ਦਿੱਤਾ। ਮੈਥੋਂ ਸਬਰ ਨਹੀਂ ਸੀ ਕੀਤਾ ਜਾ ਰਿਹਾ। ਮੈਂ ਚਾਹੁੰਦੀ ਸਾਂ ਕਿ ਇੱਕ ਵਾਰ ਮੈਨੂੰ ਇਨਕਾਰ ਦਾ ਕਾਰਨ ਪਤਾ ਲੱਗ ਜਾਵੇ। ਮੈਂ ਸਾਰੀ ਰਾਤ ਉਹ ਨੀਂਦਰੀ ਜਿਹੀ ਅੱਧ ਕੱਚੇ ਸੁਪਨਿਆਂ ਵਿੱਚ ਹੀ ਗੁਰਸੀਰਤ ਨੂੰ ਪੁੱਛਦੀ ਰਹੀ ਕਿ ਉਹਨੇ ਮੇਰੇ ਨਾਲ ਇੱਦਾਂ ਕਿਉਂ ਕੀਤਾ। ਪਹਿਲਾਂ 2 ਵਾਰ ਮੈਂ ਆਪਣੀ ਜ਼ਿੰਦਗੀ ਵਿੱਚ ਆਏ ਅਜਿਹੇ ਤੂਫਾਨ ਚੱਲ ਚੁੱਕੀ ਸਾਂ, ਪਰ ਮੈਂ ਸਬਰ ਦਾ ਘੁੱਟ ਭਰ ਲਿਆ ਸੀ ਕਿਉਂਕਿ ਮੈਨੂੰ ਉਹਨਾਂ ਤੂਫਾਨਾਂ ਦੇ ਕਾਰਨਾਂ ਦਾ ਪਤਾ ਸੀ। ਪਰ ਇਸ ਝੱਖੜ ਨੂੰ ਸਹਿਣਾ ਮੇਰੇ ਵੱਸੋਂ ਬਾਹਰ ਹੋ ਚੱਲਿਆ ਸੀ। ਮੈਂ ਇਸ ਨੂੰ ਆਪਣੀ ਕਿਸਮਤ ਮੰਨ ਕੇ ਕਿਵੇਂ ਬੈਠ ਸਕਦੀ ਸਾਂ? ਤੜਕੇ ਹੁੰਦੇ ਸਾਰ ਮੈਂ ਗੁਰਸੀਰਤ ਨੂੰ ਫੋਨ ਲਾ ਇਨਕਾਰ ਦਾ ਕਾਰਨ ਪੁੱਛਣ ਲੱਗੀ, ਪਰ ਗੁਰਸੀਰਤ ਕੁਝ ਵੀ ਦੱਸਣ ਲਈ ਤਿਆਰ ਨਹੀਂ ਸੀ। ਮੈਂ ਗੁਰਸੀਰਤ ਨੂੰ ਲਾਹਨਤਾਂ ਪਾਉਣ ਲੱਗੀ ਕਿ ਜੇਕਰ ਕਿਸੇ ਕੁੜੀ ਨਾਲ ਵਿਆਹ ਕਰਵਾਉਣ ਦੀ ਹਿੰਮਤ ਹੀ ਨਹੀਂ ਤਾਂ ਕੀ ਮਤਲਬ ਬਣਦਾ ਫੋਨ 'ਤੇ ਉਹਨੂੰ ਤਰ੍ਹਾਂ ਦੇ ਸੁਪਨੇ ਵਿਖਾਉਣ ਦਾ। ਤੁਹਾਡੀਆਂ ਗੱਲਾਂ 'ਚ ਉਲਝੀ ਮੈਂ ਕਿੰਨੇ ਸੁਪਨੇ ਸਿਰ 'ਚ ਬੈਠੀ, ਪਰ ਮੈਨੂੰ ਕੀ ਪਤਾ ਸੀ ਕਿ ਤੂੰ ਵੀ ਪਹਿਲਿਆਂ 2 ਵਰਗਾ ਹੀ ਦੋਗਲਾ ਨਿਕਲੇਂਗਾ, ਦਿਲ ਦਾ ਕਾਲਾ। ਪਹਿਲਿਆਂ 2 ਨੂੰ ਮੈਂ ਇਨਕਾਰ ਕੀਤਾ ਸੀ, ਪਰ ਉਹਨਾਂ ਇਨਕਾਰਾਂ ਦਾ ਕੋਈ ਕਾਰਨ ਸੀ। ਉਹਨਾਂ ਨੂੰ ਵੀ ਪਤਾ ਸੀ ਕਿ ਕਾਰਨ ਕੀ ਸੀ। ਉਹ ਸਾਰੀ ਉਮਰ ਕਿਸੇ ਧੋਖੇ ਵਿੱਚ ਨਹੀਂ ਰਹੇ, ਪਰ ਤੂੰ ਤਾਂ ਮੇਰੀ ਰਹਿੰਦੀ ਖੁੰਦੀ ਜ਼ਿੰਦਗੀ ਨੂੰ ਧੋਖੇ ਦੇ ਜੰਗਲਾਂ ਵਿੱਚ ਸੁੱਟ ਦਿੱਤਾ।
ਬਿਨਾਂ ਕੋਈ ਕਾਰਨ ਦੱਸਿਆ। ਜਦੋਂ ਕਿਸੇ ਮੁਲਜ਼ਮ ਨੂੰ ਫਾਂਸੀ ਹੁੰਦੀ ਹੈ, ਉਸ ਨੂੰ ਵੀ ਆਪਣੀ ਮੌਤ ਦਾ ਕਾਰਨ ਪਤਾ ਹੁੰਦਾ ਹੈ। ਕਿ ਮੈਨੂੰ ਕੋਈ ਹੱਕ ਨਹੀਂ ਆਪਣੀ ਸਜ਼ਾ ਦਾ ਕਾਰਨ ਪੁੱਛਣ ਦਾ? ਗੁਰਸੀਰਤ ਤੋਂ ਮੇਰੀਆਂ ਸੱਚੀਆਂ ਸੁੱਚੀਆਂ ਗੱਲਾਂ ਸਹਿ ਨਹੀਂ ਸਨ ਹੋ ਰਹੀਆਂ, ਪਰ ਫਿਰ ਵੀ ਉਹ ਚੁੱਪ ਰਿਹਾ। ਮੇਰੇ ਹਟਕੋਰੇ ਤੇ ਸਿਸਕੀਆਂ ਗੁਰਸੀਰਤ ਲਈ ਸੂਲਾਂ ਤੋਂ ਘੱਟ ਨਹੀਂ ਸਨ। ਮੈਂ ਮੁੜ ਤਰਲਿਆਂ ਭਰੇ ਲਹਿਜੇ ਵਿੱਚ ਆਖਿਆ, ਇੱਕ ਵਾਰ ਮੈਨੂੰ ਵਿਆਹ ਨਾ ਕਰਵਾਉਣ ਦਾ ਕਾਰਨ ਦੱਸ। ਮੈਂ ਮੁੜ ਕੇ ਕਦੇ ਤੇਰੀਆਂ ਰਾਹਾਂ ਵਿੱਚ ਨਹੀਂ ਆਵਾਂਗੀ, ਨਹੀਂ ਤਾਂ ਮੈਨੂੰ ਸਾਰੀ ਉਮਰ ਇਸ ਸਦਮੇ ਨੇ ਜਿਉਣ ਨਹੀਂ ਦੇਣਾ ਕਿ ਮੇਰੀ ਜ਼ਿੰਦਗੀ ਵਿੱਚ ਐਸਾ ਵੀ ਇੱਕ ਸ਼ਖਸ ਆਇਆ ਸੀ ਜਿਹਨੂੰ ਮੇਰੇ ਨਾਲ ਗੱਲਾਂ ਕਰ ਮੇਰੀਆਂ ਭਾਵਨਾਵਾਂ ਨਾਲ ਖੇਡਣਾ ਚੰਗਾ ਲੱਗਦਾ ਸੀ, ਜਿਹਨੇ ਮੇਰੀ ਜ਼ਿੰਦਗੀ ਨੂੰ ਮਖੌਲ ਬਣਾ ਕੇ ਰੱਖ ਦਿੱਤਾ। ਮੇਰੀਆਂ ਸੱਚੀਆਂ ਗੱਲਾਂ ਸੁਣ ਗੁਰਸੀਰਤ ਭਰੀ ਹੋਈ ਦੁੱਬਰ ਜ਼ਬਾਨ ਨਾਲ ਆਖਣ ਲੱਗਿਆ, ਮੁਸਕਾਨ, ਮੇਰੇ ਸੱਚ ਨਾਲ ਤੁਹਾਡਾ ਜਿਉਣਾ ਹੋ ਜਾਣਾ। ਮੈਨੂੰ ਡਰ ਹੈ ਕਿਧਰੇ ਮੇਰੇ ਸੱਚ ਦੇ ਭਾਰ ਹੇਠ ਤੁਹਾਡੀਆਂ ਖੁਸ਼ੀਆਂ ਨਾ ਮਿੱਧੀਆਂ ਜਾਣ। ਮੈਂ ਹੰਝੂ ਪੂੰਝਦੀ ਆਖਣ ਲੱਗੀ, ਮੈਨੂੰ ਤੁਹਾਡਾ ਹਰ ਸੱਚ ਮਨਜ਼ੂਰ ਹੈ। ਮੈਂ ਤੁਹਾਡੀਆਂ ਖੁਸ਼ੀਆਂ ਨੂੰ ਕਦੇ ਨਹੀਂ ਮਿੱਧਣ ਦੇਵਾਂਗੀ, ਭਾਵੇਂ ਆਪ ਦਰੜੀ ਜਾਵਾਂ। ਗੁਰਸੀਰਤ ਠੰਡਾ ਸਾਹ ਭਰ ਕੇ ਆਖਣ ਲੱਗਿਆ, ਮੁਸਕਾਨ, ਇੰਜ ਮੁੜ ਕਦੇ ਭੁੱਲ ਕੇ ਨਾ ਆਖਿਓ, ਤੁਹਾਡੇ ਨਾਲ ਹੀ ਤਾਂ ਮੇਰੀਆਂ ਖੁਸ਼ੀਆਂ ਨੇ। ਤੁਹਾਡੇ ਬਿਨਾਂ ਮੈਂ ਆਪਣੀ ਜ਼ਿੰਦਗੀ ਨੂੰ ਕਿਆਸ ਵੀ ਨਹੀਂ ਸਕਦਾ। ਮੈਂ ਮੁੜ ਤਰਲੇ ਭਰੇ ਲਹਿਜੇ ਨਾਲ, ਫਿਰ ਦੱਸੋ ਮੈਨੂੰ ਤੁਹਾਡਾ ਸੱਚ ਕੀ ਹੈ? ਮੈਂ ਹਰ ਸੱਚ ਸੁਣਨ ਨੂੰ ਤਿਆਰ ਹਾਂ, ਹਰ ਸੱਚ ਅਪਣਾਉਣ ਨੂੰ ਤਿਆਰ ਹਾਂ, ਹਰ ਸੱਚ ਨਾਲ ਲੜਨ ਨੂੰ ਤਿਆਰ ਹਾਂ। ਮੈਨੂੰ ਇੰਜ ਲੱਗਿਆ ਜਿਵੇਂ ਮੇਰੀ ਆਵਾਜ਼ ਵਿੱਚੋਂ ਉੱਠੇ ਹਟਕੋਰਿਆਂ 'ਚੋਂ ਕੁਝ ਕੁ ਹਟਕੋਰਿਆਂ ਨੇ ਗੁਰਸੀਰਤ ਦਾ ਗਲਾ ਰੁੰਨ ਦਿੱਤਾ ਹੋਵੇ, ਤੇ ਉਹ ਭਰੇ ਮਨ ਨਾਲ ਆਖਣ ਲੱਗਿਆ, ਮੈਨੂੰ ਡਰ ਲੱਗਦਾ ਕਿਧਰੇ ਮੇਰਾ ਕੌੜਾ ਸੱਚ ਜਾਣ ਕੇ ਤੁਸੀਂ ਮੈਨੂੰ ਨਫ਼ਰਤ ਨਾ ਕਰਨ ਲੱਗ ਜਾਓ। ਮੈਂ ਗੱਲ ਨੂੰ ਵਿੱਚੋਂ ਹੀ ਟੋਕ ਕੇ ਆਖਿਆ, ਤੁਹਾਡੇ ਇਨਕਾਰ ਨੇ ਮੇਰੇ ਮਨ ਵਿੱਚ ਤੁਹਾਡੇ ਲਈ ਪਿਆਰ ਰਹਿਣ ਹੀ ਕਿੱਥੇ ਦੇਣਾ। ਇਸ ਨਾਲੋਂ ਤਾਂ ਚੰਗਾ ਹੈ ਕਿ ਤੁਸੀਂ ਆਪਣਾ ਕੌੜਾ ਸੱਚ ਮੈਨੂੰ ਦੇ ਦਿਓ। ਮੈਂ ਵਾਅਦਾ ਕਰਦੀ ਹਾਂ, ਮੈਂ ਉਸ ਸੱਚ ਨੂੰ ਨਫ਼ਰਤ ਨਹੀਂ, ਮੋਹ 'ਚ ਲਪੇਟ ਕੇ ਰੱਖਾਂਗੀ। ਗੁਰਸੀਰਤ ਆਖਣ ਲੱਗਿਆ ਕਿ ਮੇਰਾ ਨਾਵਲ ਤਾਂ ਅਜੇ ਅਧੂਰਾ ਹੀ ਰਹਿ ਗਿਆ, ਤੁਸੀਂ ਪੂਰਾ ਸੁਣਿਆ ਹੀ ਨਹੀਂ। ਗੁਰਸੀਰਤ ਦੀ ਇਹ ਗੱਲ ਸੁਣ ਕੇ ਮੈਂ ਖਿਝ ਗਈ। ਸਾਡੀ ਜ਼ਿੰਦਗੀ ਦੀ ਇੰਨੀ ਵੱਡੀ ਜੱਦੋ ਜ਼ਹਿਦ ਦੇ ਵਿੱਚ ਤੁਹਾਡਾ ਨਾਵਲ ਕਿੱਥੋਂ ਆ ਗਿਆ? ਤੁਸੀਂ ਆਪਣੀ ਜ਼ਿੰਦਗੀ ਬਾਰੇ ਕੋਈ ਫੈਸਲਾ ਕਰਨ ਨਾਲੋਂ ਅਜੇ ਵੀ ਨਾਵਲ ਵਿੱਚ ਹੀ ਉਲਝੇ ਪਏ ਹੋ। ਮੈਂ ਫਿਲਹਾਲ ਨਾਵਲ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੀ। ਪਰ ਹੁਣ ਇਸ ਵਾਰ ਗੁਰਸੀਰਤ ਨੇ ਮੈਨੂੰ ਟੋਕ ਦਿੱਤਾ, ਮੁਸਕਾਨ, ਤੁਹਾਨੂੰ ਇਸ ਨਾਵਲ ਦਾ ਕੌੜਾ ਸੱਚ ਸੁਣਨਾ ਹੀ ਪੈਣਾ, ਕਿਉਂਕਿ ਬਿੰਦਰ ਮੈਨੂੰ ਜਿਉਣ ਨਹੀਂ ਦਿੰਦਾ। ਉਹ ਹਰ ਘੜੀਆਂ ਮੈਨੂੰ ਹੁੱਜਾ ਮਾਰਦਾ ਹੈ ਕਿ ਮੈਂ ਤੇਰੇ ਨਾਲ ਕਹਾਣੀ ਬਾਰੇ ਅੱਗੇ ਗੱਲ ਤੋਰਾਂ। ਦਿਨ ਰਾਤ ਮੈਨੂੰ ਤੰਗ ਪਰੇਸ਼ਾਨ ਕਰਦਾ ਹੈ। ਉਹ ਤੇਰੀ ਖੁਸ਼ੀ ਚਾਹੁੰਦਾ ਹੈ, ਉਹਨੂੰ ਡਰ ਹੈ ਕਿ ਤੂੰ ਮੇਰੇ ਨਾਲ ਖੁਸ਼ ਨਹੀਂ ਰਹਿ ਸਕਦੀ। ਗੁਰਸੀਰਤ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਮੈਨੂੰ ਇੰਜ ਲੱਗਿਆ ਜਿਵੇਂ ਉਹ ਦਿਮਾਗੀ ਤੌਰ 'ਤੇ ਪਰੇਸ਼ਾਨ ਹੈ। ਮੇਰਾ ਮਨ ਉਸ ਲਈ ਤਰਸ ਨਾਲ ਭਰ ਗਿਆ। ਮੈਂ ਸੋਚਾਂ ਵਿੱਚ ਪੈ ਗਈ, ਇੱਕ ਬੇਜਾਨ ਨਾਵਲ ਨਾਲ ਉਹਨੇ ਕਿਵੇਂ ਆਪਣੀ ਜ਼ਿੰਦਗੀ ਗੁੰਦ ਲਈ? ਕੀ ਕੋਈ ਬੇਜਾਨ ਲਿਖਤ ਨੂੰ ਆਪਣੀ ਜ਼ਿੰਦਗੀ ਦੀ ਕਿਤਾਬ ਵਿੱਚ ਇੰਜ ਵੀ ਮਰ ਸਕਦਾ? ਮੈਂ ਗੁਰਸੀਰਤ ਨੂੰ ਹਮਦਰਦੀ ਨਾਲ ਸਮਝਾਉਣ ਲੱਗੀ ਕਿ ਇਹ ਸਾਡੀ ਆਪਣੀ ਜ਼ਿੰਦਗੀ ਹੈ, ਇਸ ਵਿੱਚ ਕਿਸੇ ਕਹਾਣੀ ਦਾ ਕੋਈ ਪਾਤਰ ਕਿਵੇਂ ਦਖਲਅੰਦਾਜ਼ੀ ਕਰ ਸਕਦਾ? ਜਦੋਂ ਸਾਨੂੰ ਦੋਹਾਂ ਨੂੰ ਇੱਕ ਦੂਜੇ ਦਾ ਸਾਥ ਪਸੰਦ ਹੈ ਤਾਂ ਸਾਨੂੰ ਕਿਸੇ ਬਿੰਦਰ ਨਾਲੇ ਕਾਕੂ ਤੋਂ ਕੀ ਲੈਣਾ? ਮੇਰੀ ਗੱਲ ਸੁਣ ਗੁਰਸੀਰਤ ਭਰੇ ਮਨ ਨਾਲ ਆਖਣ ਲੱਗਿਆ ਕਿ ਜੇਕਰ ਬਿੰਦਰ ਵਰਗਾ ਕੋਈ ਇਨਸਾਨ ਤੁਹਾਡੀ ਜ਼ਿੰਦਗੀ ਵਿੱਚ ਆਏ ਤਾਂ ਕੀ ਤੁਸੀਂ ਉਹਨੂੰ ਓਨਾ ਹੀ ਪਿਆਰ ਕਰੋਗੇ ਜਿੰਨਾ ਮੈਨੂੰ ਕਰਦੇ ਹੋ? ਮੈਂ ਆਪਣੇ ਆਪ ਨੂੰ ਇੱਕ ਦੁਰਾਹੇ 'ਤੇ ਖੜੀ ਮਹਿਸੂਸ ਕਰ ਰਹੀ ਸਾਂ। ਮੈਨੂੰ ਗੁਰਸੀਰਤ ਦੀਆਂ ਗੱਲਾਂ ਸਮਝ ਨਹੀਂ ਸਨ ਆ ਰਹੀਆਂ ਕਿ ਉਹ ਕੀ ਕਹਿਣਾ ਚਾਹੁੰਦਾ ਹੈ, ਪਰ ਮੈਨੂੰ ਬਿੰਦਰ ਨਾਲ ਹਮਦਰਦੀ ਸੀ ਕਿ ਉਸ ਨਾਲ ਕੁਝ ਗਲਤ ਨਹੀਂ ਹੋਣਾ ਚਾਹੀਦਾ। ਇਸ ਵਿੱਚ ਉਸ ਦਾ ਜਾਂ ਕਾਕੂ ਦਾ ਕੀ ਦੋਸ਼? ਮੈਂ ਇੱਕਦਮ ਆਖਿਆ ਕਿ ਬਿੰਦਰ ਜਾਂ ਕਾਕੂ ਦਾ ਕੋਈ ਦੋਸ਼ ਨਹੀਂ, ਉਹ ਤਾਂ ਕਿਸਮਤ ਦੀਆਂ ਲਕੀਰਾਂ ਨਾਲ ਬੱਝੇ ਹੋਏ ਨੇ। ਪਰ ਤੁਸੀਂ ਮੈਨੂੰ ਕਿਹੜੀਆਂ ਲਕੀਰਾਂ ਨਾਲ ਬੰਨ੍ਹਣ ਲੱਗੇ ਹੋਏ ਹੋ? ਮੇਰੀਆਂ ਗੱਲਾਂ ਸੁਣ ਗੁਰਸੀਰਤ ਚੀਖ ਪਿਆ, ਮੈਂ ਤਾਂ ਆਪ ਲੜ ਰਿਹਾ ਹਾਂ ਆਪਣੇ ਡਰ ਨਾਲ। ਕਿਸੇ ਨੂੰ ਕੀ ਲਕੀਰਾਂ ਨਾ ਬੰਨ੍ਹਣਾ, ਕਿਉਂਕਿ ਨਾਵਲ ਵਿਚਲਾ ਬਿੰਦਰ ਕੋਈ ਹੋਰ ਨਹੀਂ, ਮੈਂ ਹੀ ਹਾਂ। ਮੈਂ ਗੁਰਸੀਰਤ ਹਾਂ ਤੇ ਮੈਂ ਹੀ ਹਾਂ ਬਿੰਦਰ। ਆਪਣੀ ਜ਼ਿੰਦਗੀ ਦਾ ਹਰ ਇੱਕ ਸੱਚ ਮੈਂ ਤੇਰੇ ਸਾਹਮਣੇ ਖੋਲ੍ਹ ਕੇ ਰੱਖ ਦਿੱਤਾ। ਮੈਂ ਗੁਰਸੀਰਤ ਦੀ ਗੱਲ ਸੁਣ ਉਹਨੂੰ ਹੌਸਲਾ ਦਿੰਦੀ ਹੋਈ ਆਖਣ ਲੱਗੀ, ਇਸ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ, ਨਾ ਕਾਕੂ ਦਾ, ਨਾ ਤੁਹਾਡਾ, ਨਾ ਤੁਹਾਡੇ ਘਰ ਦੇ ਕਿਸੇ ਹੋਰ ਚੀਜ਼ ਦਾ। ਜੋ ਤੁਹਾਡੇ ਹੱਥ ਵੱਸ ਨਹੀਂ ਉਸ ਲਈ ਕਿਉਂ ਦੁਖੀ ਹੋਣਾ? ਮੈਂ ਤੁਹਾਡੇ ਨਾਲ ਹਰ ਪਰਿਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ।
ਕਿਸੇ ਵੀ ਸੱਚ ਦਾ ਸਾਹਮਣਾ ਕਰਨ ਲਈ ਤੁਹਾਡੇ ਨਾਲ ਖੜੀ ਰਹਾਂਗੀ ਮੌਤ ਆਉਣ ਤੱਕ। ਤੁਹਾਡਾ ਹਰ ਸੱਚ ਮੇਰੇ ਸਿਰ ਮੱਥੇ। ਮੇਰੀਆਂ ਗੱਲਾਂ ਸੁਣ ਗੁਰਸੀਰਤ ਖੁਸ਼ੀ ਤੇ ਹੌਸਲੇ ਨਾਲ ਭਰ ਗਿਆ। ਉਹ ਚਾਈਂ ਚਾਈਂ ਆਰਤੀ ਮੈਡਮ ਨੂੰ ਫੋਨ ਲਾਉਣ ਦੀ ਗੱਲ ਆਖਦਾ ਹੋਇਆ ਮੈਨੂੰ ਆਖਣ ਲੱਗਿਆ, ਤੇਰੇ ਨਾਲ ਗੱਲ ਕਰਕੇ ਮੈਨੂੰ ਇੰਝ ਲੱਗਦਾ ਜਿਵੇਂ ਮੇਰੀ ਜ਼ਿੰਦਗੀ ਪਰਤ ਆਈ।